ਅੱਖਰ ਸੌਫਟਵੇਅਰ ਦੇ ਵਿੱਚ ਸਾਡੇ ਕੋਲ ਕੁਝ ਲਾਈਨਾਂ ਗੁਰਮੁਖੀ ਦੇ ਵਿੱਚ ਯੂਨੀਕੋਡ ਦੇ ਵਿੱਚ ਟਾਈਪ ਹੋਈਆਂ ਪਈਆਂ ਨੇ। ਅੱਜ ਅਸੀਂ ਅੱਖਰ ਦੇ ਦੂਸਰੇ ਦਿਨ ਦੇ ਵਿੱਚ ਪ੍ਰਵੇਸ਼ ਕੀਤਾ ਹੈ ਤੇ ਅਸੀਂ ਜਾਣਾਂਗੇ ਟਰਾਂਸਲੇਸ਼ਨ, ਨੰਬਰਸ ਟੂ ਵਰਡ, OCR, ਡਿਕਸ਼ਨਰੀ ਤੇ ਇੱਕ ਸਾਡੇ ਕੋਲ ਆਪਸ਼ਨ ਹੈ ਯੂਨੀਕੋਡ ਤੋਂ ਪੁਰਾਣੇ ਫੌਂਟਾਂ ਦੇ ਵਿੱਚ ਕਿਵੇਂ ਜਾਣਾ ਹੈ। ਔਰ ਡਿਕਸ਼ਨਰੀ ਦੇ ਵਿੱਚ ਅਸੀਂ ਨਾਲ ਕਰਾਂਗੇ ਕਿ ਡਬਲ ਕਲਿੱਕ ਦੇ ਰਾਹੀਂ ਅਸੀਂ ਮੀਨਿੰਗ ਕਿਵੇਂ ਵੇਖ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਇਹ ਕੁਝ ਮੈਟਰ ਹੈ। ਮੈਂ ਇਸ ਨੂੰ ਇਹ ਗੁਰਮੁਖੀ ਲਿਪੀ ਦੇ ਵਿੱਚ ਹੈ, ਇਹਨੂੰ ਦੇਵਨਾਗਰੀ ਲਿਪੀ ਦੇ ਵਿੱਚ ਬਦਲਣਾ ਚਾਹੁੰਦਾ। ਸੋ ਉਹਦੇ ਲਈ ਸਾਡੇ ਕੋਲ ਜਿਹੜੀ ਆਪਸ਼ਨ ਹੈ ਬਿਲਕੁਲ ਈਜ਼ੀ, ਬਹੁਤ ਸੌਖਾ ਕੰਮ ਹੈ। ਤੁਸੀਂ ਕਿੱਥੇ ਜਾ ਕੇ ਕੀ ਕਰਨਾ ਹੈ ਉਹਦੇ ਲਈ ਤੁਸੀਂ ਦੇਖ ਸਕਦੇ ਹੋ। ਕੀ ਕਰਨਾ ਹੈ, ਅਸੀਂ ਸਭ ਤੋਂ ਪਹਿਲਾਂ ਲੈਂਗੁਏਜ ਟੂਲ ਦੇ ਉੱਤੇ ਜਾਣਾ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਕਿ ਅੱਖਰ ਜਦੋਂ ਵੀ ਯੂਜ਼ ਕਰਨਾ ਹੈ ਲੈਂਗੁਏਜ ਟੂਲ ਵਾਲੀ ਆਪਸ਼ਨ ਨੂੰ ਖੋਲ੍ਹ ਲੈਣਾ ਹੈ। ਥੱਲੇ ਸਾਡੇ ਕੋਲ ਮਿਲੇਗਾ ਟਰਾਂਸਲਿਟਰੇਸ਼ਨ। ਗੁਰਮੁਖੀ ਵਿੱਚ ਮੈਟਰ ਸਾਡੇ ਕੋਲ ਪਿਆ, ਇਹਨੂੰ ਅਸੀਂ ਦੇਵਨਾਗਰੀ ਦੇ ਵਿੱਚ ਬਦਲ ਕੇ ਦੇਖਦੇ ਹਾਂ। ਸੋ ਦੇਵਨਾਗਰੀ ਗੁਰਮੁਖੀ ਤੋਂ ਦੇਵਨਾਗਰੀ ਵਾਲੀ ਆਪਸ਼ਨ ਦੇ ਉੱਤੇ ਕਲਿੱਕ ਕੀਤਾ, ਪ੍ਰੋਸੈਸਿੰਗ ਸ਼ੁਰੂ ਹੋ ਗਈ। ਕੁਝ ਦੇਰ ਤੋਂ ਬਾਅਦ ਸਾਡੇ ਕੋਲ ਦੇਵਨਾਗਰੀ ਦੇ ਵਿੱਚ ਟਾਈਪ ਹੋਇਆ ਮੈਟਰ ਜਿਹੜਾ ਸਾਨੂੰ ਉਹ ਮਿਲ ਜਾਏਗਾ। ਦੇਵਨਾਗਰੀ ਦੇ ਵਿੱਚ ਆਪਸ਼ਨ ਅਸੀਂ ਸਿੰਪਲ ਟਰਾਂਸਲੇਸ਼ਨ ਦੇ ਵਿੱਚ ਗਏ, ਗੁਰਮੁਖੀ ਟੂ ਦੇਵਨਾਗਰੀ। ਸੋ ਸਾਡੇ ਕੋਲ ਮੈਸੇਜ ਆ ਰਿਹਾ ਪਲੀਜ਼ ਵੇਟ। ਹੁਣ ਸਾਡੇ ਕੋਲ ਇਹ ਕਨਵਰਟ ਕੀਤਾ ਹੋਇਆ ਮੈਸੇਜ ਸਾਨੂੰ ਮਿਲ ਗਿਆ। ਤੋ ਧਿਆਨ ਨਾਲ ਅਸੀਂ ਪੜ੍ਹ ਕੇ ਦੇਖਾਂਗੇ। ਕਾਫੀ ਹੱਦ ਤੱਕ ਲਿਪੀ ਅੰਤਰਨ ਐਕੂਰੇਟ ਹੁੰਦਾ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਸੀਗਾ, ਪੁਸਤਕ ਦਾ ਆਖਰੀ ਅਧਿਆਇ ਸਮਾਰਟਫੋਨ ਦੀ ਪੰਜਾਬੀ ਵਿੱਚ ਵਰਤੋਂ ਤੇ ਰੋਸ਼ਨੀ ਪਾਉਂਦਾ ਹੈ। ਸੋ ਭਾਸ਼ਾ ਸਾਡੀ ਪੰਜਾਬੀ ਹੈ, ਪਰ ਲਿਪੀ ਜਿਹੜੀ ਹੈ ਉਹ ਅਸੀਂ ਗੁਰਮੁਖੀ ਤੋਂ ਦੇਵਨਾਗਰੀ ਕਰ ਦਿੱਤੀ ਹੈ ਹੁਣ। ਠੀਕ ਹੈ ਜੀ। ਸੋ ਇਸੇ ਤਰ੍ਹਾਂ ਉਸੇ ਪੈਰੇ ਦਾ ਅਸੀਂ ਅਨੁਵਾਦ ਵੀ ਕਰ ਸਕਦੇ ਹਾਂ। ਸੇਮ ਪੈਰਾਗ੍ਰਾਫ ਅਸੀਂ ਕਾਪੀ ਪੇਸਟ ਕੀਤਾ। ਅਨੁਵਾਦ ਕਰਨ ਦੇ ਲਈ ਅਸੀਂ ਟਰਾਂਸਲੇਸ਼ਨ ਦੇ ਉੱਤੇ ਗਏ। ਟਰਾਂਸਲੇਸ਼ਨ ਤੋਂ ਬਾਅਦ ਅਸੀਂ ਪੰਜਾਬੀ ਟੂ ਹਿੰਦੀ ਵਾਲੀ ਆਪਸ਼ਨ ਲਈ, ਵੇਟ ਕੀਤੀ। ਔਰ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਅਨੁਵਾਦ ਦੇ ਵਿੱਚ ਕੁਝ ਅਣੁਤਾਈਆਂ ਹੋ ਸਕਦੀਆਂ ਨੇ। ਕੰਪਿਊਟਰ ਆਪਣੇ ਕੋਲੋਂ ਕੁਝ ਗਲਤੀਆਂ ਕਰ ਸਕਦਾ। ਤੁਸੀਂ ਇੱਥੇ ਪੜ੍ਹ ਕੇ ਵੀ ਦੇਖੋਗੇ ਕਈ ਸ਼ਬਦ ਜਿਹੜੇ ਸਾਨੂੰ ਸੋਧਨੇ ਪੈਣਗੇ, ਦੁਬਾਰਾ ਤੋਂ ਐਡਿਟ ਕਰਨੇ ਪੈਣਗੇ, ਪ੍ਰੂਫ ਰੀਡਿੰਗ ਕਰਨੀ ਪਏਗੀ। ਜਿਵੇਂ ਇੱਥੇ ਲਿਖਿਆ ਪੁस्तक ਦਾ आखिरी अध्याय स्मार्टफोन की पंजाबी में प्रयोग कर रोशनी डालता है। इसमें स्मार्टफोन की खरीद, प्रयोग, रफ्तार बढ़ाने, लिख और बोल कर टाइप ਕਰਨ ਕੇ। ਹੁਣ ਇੱਥੇ ਕੋਈ कमी है, ਇੱਥੇ ਅਸੀਂ ਇਹਨੂੰ बाद में एडिट कर सकते हैं। बेमिसाल नुक्ते बताए गए हैं। स्मार्टफोन को कंप्यूटर के साथ जोड़ने और व्हाट्सएप की सभ्य प्रयोग के सूत्र भी इस अध्याय का हिस्सा है। सो इस तरह के नाल तुसीं पंजाबी तुझ लिख के हिंदी दे लेखक भी बन सकते हो। तुसीं हिंदी के अखबारों में भी अपने लेख भेज सकते हो। बहुत सारे हिंदी के अखबारों के मेरे लेख छपते भी ने। ਉਹਦੇ ਪਿੱਛੇ ਲੇਖਕ ਕੌਣ ਹੈ? ਇਹ ਅੱਖਰ ਦਾ ਇਹ ਸੌਫਟਵੇਅਰ ਹੈ। ਸੋ ਅਗਲੀ ਸਾਡੇ ਕੋਲ ਆਪਸ਼ਨ ਹੈ, ਆਪਸ਼ਨ ਨੰਬਰ ਜਿਹੜੀ 3 ਹੈ, ਉਹਦੇ ਵਿੱਚ ਅਸੀਂ ਜਾਵਾਂਗੇ ਨੰਬਰਸ ਟੂ ਵਰਡ। ਨੰਬਰਸ ਨੂੰ ਵਰਡ ਦੇ ਵਿੱਚ ਕਨਵਰਟ ਕਰਨਾ ਹੈ। ਕੁਝ ਨੰਬਰ ਤੁਹਾਡੇ ਕੋਲ ਇੱਥੇ ਮੰਨ ਲਵੋ ਤੁਸੀਂ ਕੋਈ ਟੇਬਲ ਬਣਾ ਰਹੇ ਹੋ, ਜਾਂ ਮੈਂ ਇੱਥੋਂ ਇਹਨੂੰ ਡਿਲੀਟ ਕਰ ਦਿੰਦਾ, MS ਵਰਡ ਖੋਲ੍ਹ ਲੈਂਦਾ। MS ਵਰਡ ਦੇ ਵਿੱਚ ਇੱਕ ਟੇਬਲ ਬਣਾਇਆ ਮੈਂ MS ਵਰਡ ਦੇ ਵਿੱਚ। ਮਾਈਕਰੋਸਾਫਟ ਵਰਡ ਦੇ ਵਿੱਚ ਇੱਕ ਟੇਬਲ ਬਣਾ ਲੈਂਦਾ ਮੈਂ। ਤੁਹਾਨੂੰ ਲੱਗੇਗਾ ਕਿ ਪ੍ਰੈਕਟੀਕਲੀ ਇਹਦਾ ਕੋਈ ਯੂਜ਼ ਹੈ। ਇਨਸਰਟ ਵਿੱਚ ਗਿਆ, ਟੇਬਲ ਵਿੱਚ ਗਿਆ, ਔਰ ਇੱਥੇ ਮੈਂ ਇੱਕ ਟੇਬਲ ਬਣਾ ਲਿਆ। ਇੱਥੇ ਸਾਡੇ ਕੋਲ ਹੈਗੇ ਨੇ ਨਾਮ, ਨਾਮ, ਇੱਥੇ ਸਾਡੇ ਕੋਲ ਪਿਤਾ ਦਾ ਨਾਮ ਵੀ ਹੋ ਸਕਦਾ ਹੈ। ਇੱਥੇ ਹੈਗੇ ਨੇ ਅੰਕ। ਸੋ ਇਹ ਮੈਂ ਡੰਮੀ ਡਾਟਾ, ਇਹਨੂੰ ਮੈਂ ਵੈਸੇ ਹੀ ਟਾਈਪ ਕਰ ਲੈਂਦਾ ਕੁਝ ਵੀ ਇੱਥੇ। ਠੀਕ ਹੈ।
ਅੰਕ ਦਿੱਤੇ ਹੋਏ ਨੇ ਜੀ 78 45 22 ਪਾਸ ਹੋ ਗਿਆ 33 ਵਾਲਾ 66 89 ਇਹ ਮੇਰੇ ਤਰ੍ਹਾਂ 12 ਕੁ ਨੰਬਰ ਲੈ ਕੇ ਫੇਲ ਹੋ ਗਿਆ। ਸੋ ਇਹ ਸਾਡੇ ਕੋਲੇ ਇੱਕ ਟੇਬਲ ਹੈ। ਜੇ ਇਸ ਟੇਬਲ ਵਾਲੀ ਇਸ ਫਾਈਲ ਨੂੰ ਤੁਸੀਂ ਅੱਖਰ ਦੇ ਵਿੱਚ ਲੈ ਕੇ ਜਾਓਗੇ ਤੇ ਬਹੁਤ ਈਜ਼ੀ ਹੈ। ਇੱਥੇ ਵਰਡ ਦੇ ਵਿੱਚ ਜਾ ਕੇ ਤੁਸੀਂ ਇਸ ਨੂੰ ਜਿਹੜਾ ਹੈ ਨਾਮ ਰੱਖ ਲੈਣਾ। ਮੈਂ ਇਹ ਫਾਈਲ ਦਾ ਥੋੜ੍ਹਾ ਜਿਹਾ ਫੌਂਟ ਵੱਡਾ ਕਰ ਦਿੰਦਾ, ਬੋਲਡ ਵੀ ਕਰ ਦਿੰਦਾ। ਫਾਈਲ ਨੂੰ ਇੱਥੇ ਮੈਂ ਸੇਵ ਕੀਤਾ ਔਰ ਸੇਵ ਕਰ ਦਿੱਤਾ ਮੈਂ ਡੈਸਕਟਾਪ ਦੇ ਉੱਤੇ ਨਾਮ 1 ਰੱਖ ਦਿੱਤਾ ਇਹਦਾ। ਔਰ ਸੇਮ ਫਾਈਲ ਨੂੰ ਅੱਖਰ ਦੇ ਵਿੱਚ ਜਾ ਕੇ ਮੈਂ ਓਪਨ ਕੀਤਾ। ਨਾਮ 1 ਨਾਂ ਦੀ ਫਾਈਲ ਜਿਹੜੀ ਪੰਜਾਬੀ ਦੇ ਵਿੱਚ ਸੀਗੀ ਡੈਸਕਟਾਪ ਤੇ ਪਈ ਸੀਗੀ, ਨਾਮ 1 ਨੂੰ ਇੱਥੇ ਖੋਲ੍ਹਿਆ, ਉਹੀ ਟੇਬਲ ਮੈਨੂੰ ਇੱਥੇ ਮਿਲ ਗਿਆ। ਮੈਂ ਕੀ ਚਾਹੁੰਦਾ ਜੀ, ਮੈਂ ਇਸ ਨੂੰ ਇੱਕ ਵਾਰੀ ਦੁਬਾਰਾ ਵਰਡ ਦੇ ਵਿੱਚ ਤੁਹਾਨੂੰ ਫਿਰ ਦਿਖਾਉਂਦਾ ਕਿ ਇੱਕ ਜਿਹੜਾ ਕਾਲਮ ਸੀਗਾ ਅਸੀਂ ਇੱਕ ਹੋਰ ਇਹਦੇ ਨਾਲ ਐਡ ਕਰਨਾ। ਐਡ ਕਰਨ ਲਈ ਲੇਆਊਟ ਦੇ ਵਿੱਚ ਗਏ, ਰਾਈਟ, ਇੱਥੇ ਵੀ ਅਸੀਂ ਅੰਕ ਲਿਖਣੇ ਨੇ ਪਰ ਸ਼ਬਦਾਂ ਦੇ ਵਿੱਚ ਲਿਖਣੇ ਨੇ। ਸੋ ਸ਼ਬਦਾਂ ਦੇ ਵਿੱਚ ਲਿਖਣ ਦੇ ਲਈ ਅੱਖਰ ਦੇ ਵਿੱਚ ਇਸੇ ਫਾਈਲ ਨੂੰ ਅਸੀਂ ਕਰ ਲਾਂਗੇ ਓਪਨ, ਨਾਮ ਵਾਲੀ ਨੂੰ। ਤਾਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਜਿਹੜਾ ਲਾਸਟ ਵਾਲਾ ਕਾਲਮ ਹੈ ਇੱਥੇ ਅਸੀਂ ਸ਼ਬਦਾਂ ਦੇ ਵਿੱਚ ਲਿਖਣਾ ਹੈ 78 ਨੂੰ ਐੜੇ ਨਾਲ। ਸੋ ਇਹ ਜਿਹੜਾ ਤੁਸੀਂ ਸ਼ਬਦਾਂ ਵਿੱਚ ਲਿਖਣਾ ਹੈ ਉਹਦੀ ਥਾਂ ਤੇ ਪਹਿਲਾਂ ਇਹਨਾਂ ਅੰਕਾਂ ਨੂੰ ਸੇਮ ਤੁਸੀਂ ਪੇਸਟ ਕਰ ਲਓ। ਉਹੀ ਅੰਕ ਜਿਹੜੇ ਇੱਥੇ ਲਿਖੇ ਹੋਏ ਨੇ ਇਹਨਾਂ ਨੂੰ ਇੱਥੋਂ ਕਾਪੀ ਕਰਕੇ ਤੁਸੀਂ ਇੱਥੇ ਪੇਸਟ ਕਰ ਲਓ। ਸੌਰੀ, ਇੱਥੇ ਜਾ ਕੇ ਅਸੀਂ ਇਸ ਨੂੰ ਪੇਸਟ ਕਰ ਲਿਆ। ਪੇਸਟ ਗੜਬੜ ਹੋ ਰਹੀ, ਪੇਸਟ ਨਹੀਂ ਹੋਦਾ। ਚਲੋ ਮੈਂ ਇਹਨੂੰ ਦੁਬਾਰਾ ਲਿਖ ਲੈਂਦਾ। ਇਹ ਵਰਡ 'ਚ ਕੰਮ ਕਰਕੇ ਤੁਸੀਂ ਲਿਆਓਗੇ ਤਾਂ ਕੋਈ ਦਿੱਕਤ ਨਹੀਂ ਹੋਏਗੀ। ਟਾਈਪ ਇੱਥੇ ਵੀ ਹੋ ਜਾਂਦਾ, ਕੋਈ ਆਪਸ਼ਨ ਇੱਥੇ ਹਿੱਲੀ ਹੋਈ ਹੈ ਤੁਹਾਡੇ ਕੰਪਿਊਟਰ ਦੇ ਵਿੱਚ ਸਹੀ ਹੋਏਗਾ। ਮੈਂ ਇਹਨਾਂ ਨੂੰ ਡੁਪਲੀਕੇਟ ਕਰ ਲਿਆ, ਡੁਪਲੀਕੇਟ ਕਾਪੀ ਬਣਾ ਲਈ ਇੱਕ ਕਾਲਮ ਦੀ। ਮੈਂ ਇੱਥੇ ਇਹਨਾਂ ਨੂੰ ਸਿਲੈਕਟ ਕਰਕੇ ਇਹਦੇ ਉੱਤੇ ਹੁਣ ਕਮਾਂਡ ਚਲਾਵਾਂਗਾ। ਉਸ ਕਮਾਂਡ ਦੇ ਨਾਲ ਮਾਊਸ ਕਲਿੱਕ ਦੇ ਨਾਲ ਹੀ ਸਾਰੇ ਜਿਹੜੇ ਅੰਕ ਨੇ ਉਹ ਸ਼ਬਦਾਂ ਦੇ ਵਿੱਚ ਬਦਲ ਜਾਣਗੇ। ਜਿਹੜੇ ਨੰਬਰ ਲਿਖੇ ਹੋਏ ਨੇ ਵੱਖਰੇ ਵੱਖਰੇ ਵਿਦਿਆਰਥੀਆਂ ਦੇ, ਉਹਨਾਂ ਨੂੰ ਸ਼ਬਦਾਂ ਦੇ ਵਿੱਚ ਅਸੀਂ ਬਦਲ ਸਕਦੇ ਹਾਂ। ਉਹਦੇ ਲਈ ਅਸੀਂ ਲੈਂਗੁਏਜ ਟੂਲ ਦੇ ਉੱਤੇ ਜਾਵਾਂਗੇ ਔਰ ਸਾਡੇ ਕੋਲ ਆਪਸ਼ਨ ਹੈ ਟਰਾਂਸਲੇਸ਼ਨ ਦੇ ਨਾਲ ਨੰਬਰਸ ਟੂ ਵਰਡ। ਕਲਿੱਕ ਕੀਤਾ ਤਾਂ ਸ਼ਬਦਾਂ ਦੇ ਵਿੱਚ ਤੁਸੀਂ ਲਿਖਣਾ ਹੈ ਕਿਹੜੀ ਭਾਸ਼ਾ ਵਿੱਚ ਲਿਖਣਾ ਹੈ। ਮੈਂ ਇੱਥੇ ਚੂਜ਼ ਕਰ ਲਾਂਗਾ ਗੁਰਮੁਖੀ। ਕਲਿੱਕ ਕੀਤਾ ਤਾਂ ਤੁਸੀਂ ਦੇਖੋ ਇਹ 72 ਰਹਿ ਗਿਆ। ਦੁਬਾਰਾ ਇਹਨੂੰ ਕਲਿੱਕ ਕਰਕੇ ਦੁਬਾਰਾ ਤੁਸੀਂ ਚੇਂਜ ਕਰ ਸਕਦੇ ਹੋ। ਤਾਂ ਦੇਖੋ ਇੱਕ ਕਮਾਂਡ ਦੇ ਨਾਲ ਹੀ ਤੁਸੀਂ ਇਹਨਾਂ ਨੂੰ ਚੇਂਜ ਕਰ ਲਿਆ। ਇੱਧਰਲੇ ਪਾਸੇ 78 ਸੀ, ਉੱਧਰ ਮੈਂ 72 ਲਿਖ ਬੈਠਾ ਸੀ ਗਲਤੀ ਨਾਲ। ਸੋ 72 45 22 33 66 99 12 ਕੁਛ ਵੀ ਵੱਡੀਆਂ ਰਕਮਾਂ ਵੀ ਹੋਣ ਉਸ ਨੂੰ ਵੀ ਉਹ ਐਜ਼ ਇਟ ਇਜ਼ ਇੱਥੇ ਉਹ ਲਿਖ ਦੇਗਾ। ਸੋ ਇਸ ਆਪਸ਼ਨ ਦੀ ਅਕਸਰ ਜਿਹੜੀ ਹੈ ਉਹ ਵਰਤੋਂ ਅਧਿਆਪਕ ਸਕੂਲਾਂ ਦੇ ਜਾਂ ਕਾਲਜਾਂ ਦੇ ਜਿਹੜੇ ਅਧਿਆਪਕ ਨੇ ਆਪਣੇ ਵਿਦਿਆਰਥੀਆਂ ਦੇ ਅੰਕ ਜਦੋਂ ਲਿਖ ਕੇ ਭੇਜਦੇ ਨੇ, ਅਵਾਰਡ ਲਿਸਟ ਬਣਾਉਂਦੇ ਨੇ, ਤਾਂ ਕਈ ਵਾਰੀ ਉੱਥੇ ਕੰਡੀਸ਼ਨ ਹੁੰਦੀ ਕਿ ਅੰਕਾਂ ਨੂੰ ਸ਼ਬਦਾਂ ਦੇ ਵਿੱਚ ਵੀ ਲਿਖ ਕੇ ਭੇਜਣਾ ਹੈ। ਸੋ ਉੱਥੇ ਤੁਸੀਂ ਇਹ ਵਾਲੀ ਆਪਸ਼ਨ ਵਰਤ ਸਕਦੇ ਹੋ। ਅੱਗੇ ਚੱਲਦੇ ਹਾਂ ਜੀ ਨੈਕਸਟ ਆਪਸ਼ਨ ਵੱਲ। ਅੱਗੇ ਸਾਡੇ ਕੋਲ ਹੈ ਜੀ OCR, ਯਾਨੀ ਕਿ ਆਪਟੀਕਲ ਕਰੈਕਟਰ ਰੈਕੋਗਨੀਸ਼ਨ, ਜਿਹਦੇ ਵਿੱਚ ਅਸੀਂ ਫੋਟੋ ਖਿੱਚੀ ਹੋਏ ਕਿਸੇ ਵੀ ਮੈਟਰ ਨੂੰ, ਕਿਸੇ ਵੀ ਕਿਤਾਬ ਦੇ ਪੇਜ ਹੋ ਸਕਦਾ ਹੈ, ਕੋਈ ਚਿੱਠੀ ਪੱਤਰ ਹੋ ਸਕਦਾ ਹੈ, ਉਹਦੀ ਸੌਫਟ ਕਾਪੀ ਬਣਾਉਣੀ ਹੋਵੇ ਤਾਂ ਟਾਈਪ ਕਰਨ ਦੀ ਲੋੜ ਨਹੀਂ। ਤੁਸੀਂ OCR ਚਲਾ ਕੇ ਉਸ ਫੋਟੋ ਦੇ ਉੱਤੇ ਤੇ ਉਸ ਨੂੰ ਟਾਈਪ ਰੂਪ ਦੇ ਵਿੱਚ ਬਦਲ ਸਕਦੇ ਹੋ। ਸੋ ਪਹਿਲਾਂ ਫੈਸਲਾ ਕਰਨਾ ਹੈ ਕਿ OCR ਕਿਹਦਾ ਚਲਾਉਣਾ ਹੈ, ਉਰਦੂ ਦੇ ਉੱਤੇ ਹੈ, ਇੰਗਲਿਸ਼ ਦੇ ਉੱਤੇ ਹੈ ਜਾਂ ਗੁਰਮੁਖੀ ਦੇ ਵਿੱਚ ਕੁਝ ਸ਼ਬਦ ਪੰਜਾਬੀ ਦੇ, ਹਿੰਦੀ ਦੇ ਜਾਂ ਅੰਗਰੇਜ਼ੀ ਦੇ ਵੀ ਨੇ। ਜੇ ਤੁਹਾਡੇ ਗੁਰਮੁਖੀ ਦੇ ਵਿੱਚ ਇੰਗਲਿਸ਼ ਵੀ ਸ਼ਾਮਲ ਹੈ ਤਾਂ ਤੁਸੀਂ ਇਹ ਵਾਲੀ ਆਪਸ਼ਨ ਲੈ ਸਕਦੇ ਹੋ। ਜਿਵੇਂ ਇੱਥੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਇੱਕ ਜਿਹੜਾ ਹੈ ਚੇਤਾਵਨੀ ਮੈਸੇਜ ਆਏਗਾ ਜਿੱਥੇ ਲਿਖਿਆ ਹੋਏਗਾ ਕਿ ਕਾਈਂਡਲੀ ਮੇਕ ਸ਼ੋਰ ਦੈਟ ਦਾ ਇਮੇਜ। 3 ਕੰਡੀਸ਼ਨ ਨੇ ਕਿ ਇੱਕ ਤਾਂ ਇਹ ਹੈ ਕਿ ਸਕੈਨਡ ਐਟ 300 DPI, ਵੀ ਫੋਟੋ ਜਿਹੜੀ ਹੈ 300 DPI ਦੇ ਉੱਤੇ ਸਕੈਨ ਹੋਵੇ। ਹੈਜ਼ ਸਿੰਗਲ ਕਾਲਮ ਓਨਲੀ। ਤੁਸੀਂ ਦੇਖਿਆ ਹੋਣਾ ਕਈ ਅਖਬਾਰਾਂ, ਕਈ ਰਸਾਲੇ ਕਈ ਕਾਲਮਾਂ ਦੇ ਵਿੱਚ ਛਪਦੇ ਨੇ। ਇੱਕ ਸਟੈਂਡਰਡ ਜਿਹੜੀ ਅਖਬਾਰ ਹੈ ਉਹਦੇ 'ਚ 8 ਕਾਲਮ ਹੁੰਦੇ ਨੇ। ਤਾਂ ਜੇ ਤੁਸੀਂ 2-3 ਕਾਲਮਾਂ ਨੂੰ ਇਕੱਠਾ ਸਕੈਨ ਕਰਕੇ OCR ਨੂੰ ਦੇ ਦਿਓਗੇ ਤਾਂ OCR ਨੂੰ ਸਮਝ ਨਹੀਂ ਆਉਣੀ। ਉਹ 2 ਕਾਲਮਾਂ ਨੂੰ ਆਪਸ ਵਿੱਚੋਂ ਨਹੀਂ ਨਖੇੜ ਸਕੇਗਾ। ਕੰਟੀਨਿਊਸ ਦੋਨਾਂ ਕਾਲਮਾਂ ਦੀਆਂ ਲਾਈਨਾਂ ਪੜ੍ਹ ਦੇਗਾ ਅਤੇ ਉਹਨੂੰ ਟਾਈਪ ਕਰ ਦੇਗਾ। ਸੋ ਉਸ ਚੀਜ਼ ਤੋਂ ਬਚਣਾ। ਤੁਸੀਂ ਕਾਲਮਾਂ ਦੀਆਂ ਅਲੱਗ-ਅਲੱਗ ਕਾਤਰਾਂ ਬਣਾ ਲੈਣੀਆਂ ਨੇ, ਉਹਨਾਂ ਨੂੰ ਅਲੱਗ-ਅਲੱਗ ਜਿਹੜਾ ਹੈ ਕੱਟ ਕੇ ਉਹਨੂੰ ਤੁਸੀਂ ਜਿਹੜਾ ਹੈ
ਉਹ ਸਕੈਨ ਕਰਨਾ ਹੈ। ਤੀਜਾ ਹੈ ਕਿ ਹੈਜ਼ ਨੋ ਮਿਕਸ ਟੈਕਸਟ ਐਂਡ ਇਮੇजेस ਐਂਡ ਟੇਬਲਸ। ਜੇ ਉਹਦੇ ਵਿੱਚ ਟੇਬਲ ਇਮੇਜ ਜਾਂ ਮਿਕਸ ਕੀਤਾ ਟੈਕਸਟ ਹੋਏਗਾ ਤਾਂ ਐਕੂਰੇਸੀ ਡਾਊਨ ਹੋ ਜਾਏਗੀ, ਉਹਦਾ ਵੀ ਤੁਸੀਂ ਧਿਆਨ ਰੱਖਣਾ ਹੈ। ਓਕੇ ਤੇ ਕਲਿੱਕ ਕੀਤਾ, ਇੱਕ ਡਾਇਲੋਗ ਬਾਕਸ ਸਾਡੇ ਕੋਲ ਖੁੱਲ ਗਿਆ। ਧਿਆਨ ਰੱਖੋ ਇੱਥੇ ਅਸੀਂ ਦੋ ਚੀਜ਼ਾਂ ਕਰਨੀਆਂ ਨੇ, ਇੱਕ ਤਾਂ ਅਸੀਂ ਫਾਈਲ ਦਾ ਨਾਮ ਜਿਹੜਾ ਹੈ ਚੂਜ਼ ਕਰਨਾ ਹੈ, ਦੂਸਰਾ OCR ਨੂੰ ਰਨ ਕਰਨਾ ਹੈ। ਇਹ ਤੁਹਾਡੇ ਕੋਲ ਦੋ ਆਪਸ਼ਨ ਨੇ, ਐਡ ਫਾਈਲ, ਦੂਸਰਾ ਹੈ ਸਾਡੇ ਕੋਲ ਐਡ ਫੋਲਡਰ। ਐਡ ਫਾਈਲ ਦੇ ਵਿੱਚ ਤੁਸੀਂ ਕਿਸੇ ਇੱਕ ਫਾਈਲ ਨੂੰ ਐਡ ਕਰਨਾ ਹੋਵੇ ਤਾਂ ਇਸ ਬਟਨ ਨੂੰ ਯੂਜ਼ ਕਰਨਾ ਹੈ। ਜੇ ਤੁਸੀਂ ਪੂਰੀ ਦੀ ਪੂਰੀ ਕਿਤਾਬ ਜਿਹੜੀ ਹੈ ਸਕੈਨ ਕਰਕੇ ਇੱਕ ਫੋਲਡਰ ਦੇ ਵਿੱਚ ਰੱਖੀ ਹੋਈ ਹੈ ਔਰ ਉਹਨਾਂ ਦੇ ਜਿਹੜੀ ਫੋਟੋਆਂ ਨੇ ਉਹਨਾਂ ਨੂੰ 1 2 3 ਨੰਬਰਿੰਗ ਦਿੱਤੀ ਹੋਈ ਹੈ ਤਾਂ ਪੂਰੇ ਦਾ ਪੂਰਾ ਫੋਲਡਰ ਵੀ ਤੁਸੀਂ ਇੱਥੇ ਐਡ ਕਰ ਸਕਦੇ ਹੋ। ਕੀ ਹੋਏਗਾ, OCR 1 ਬਾਏ 1 ਪੇਜ ਨੂੰ ਲੈ ਕੇ ਸਕੈਨ ਕਰਕੇ ਉਸ ਨੂੰ ਰੈਕੋਗਨਾਈਜ਼ ਕਰਕੇ ਟਾਈਪ ਕਰਦਾ ਜਾਏਗਾ। ਪਹਿਲੇ ਪੇਜ ਨੂੰ ਪਹਿਲਾਂ, ਦੂਜੇ ਨੂੰ ਦੂਜੇ, ਮਤਲਬ ਅਸੈਂਡਿੰਗ ਆਰਡਰ ਦੇ ਵਿੱਚ ਇਸ ਨੂੰ ਉਹ ਚੱਕੇਗਾ। ਪਰ ਫਿਲਹਾਲ ਸਾਡੇ ਕੋਲ ਇੱਕ ਫਾਈਲ ਹੈ, ਐਡ ਫਾਈਲ ਦੇ ਉੱਤੇ ਕਲਿੱਕ ਕੀਤਾ ਤਾਂ ਮੇਰੀ ਜਿੱਥੇ ਫਾਈਲ ਪਈ ਉੱਥੇ ਮੈਂ ਪਹੁੰਚ ਗਿਆ। 15th ਵਰਕਸ਼ਾਪ, ਇੱਥੇ 300 DPI ਨਾਂ ਦੀ ਫੋਟੋ ਮੇਰੇ ਕੋਲ ਇੱਥੇ ਪਈ ਹੈ। ਇਹ ਫੋਟੋ ਤੁਹਾਨੂੰ ਲਿੰਕ ਦੇ ਰਾਹੀਂ ਮੈਂ ਭੇਜ ਵੀ ਦਿੱਤੀ, ਤੁਸੀਂ ਉੱਥੋਂ ਉਸ ਨੂੰ ਡਾਊਨਲੋਡ ਕਰਕੇ ਇਹਦੇ ਉੱਤੇ ਤੁਸੀਂ ਆਪਣੀ ਪ੍ਰੈਕਟਿਸ ਵੀ ਕਰ ਸਕਦੇ ਹੋ। ਸੋ ਫੋਟੋ ਨੂੰ ਸਿਲੈਕਟ ਕੀਤਾ, ਓਪਨ ਕੀਤਾ। ਹੁਣ ਇਸ ਤੋਂ ਬਾਅਦ ਅਸੀਂ ਇੱਥੇ ਸਾਡੇ ਕੋਲ ਗ੍ਰੀਨ ਬਟਨ ਜਿਹੜਾ ਹੈ ਉਹ ਆ ਗਿਆ, ਰਨ OCR ਕਲਿੱਕ ਕਰਕੇ ਤੇ ਉਸ ਤੋਂ ਬਾਅਦ ਤੁਸੀਂ ਕਰਨੀ ਹੈ ਵੇਟ। ਕੁਝ ਦੇਰ ਵੇਟ ਕਰਨ ਤੋਂ ਬਾਅਦ OCR ਆਪਣਾ ਰਿਜ਼ਲਟ ਦੇਗਾ। ਇਹ ਸਮਾਂ ਕਈ ਵਾਰੀ ਲੰਬਾ ਵੀ ਹੋ ਸਕਦਾ ਹੈ। ਦਰਅਸਲ ਜਦੋਂ ਇੱਕ ਇੱਕ ਕਰੈਕਟਰ ਨੂੰ ਪਛਾਣਨਾ ਹੈ ਤੇ ਉਸ ਨੂੰ ਟਾਈਪ ਕਰਨਾ ਹੈ, ਉਹਦੇ ਤੇ ਸਮਾਂ ਲੱਗਦਾ ਰੈਕੋਗਨਾਈਜ਼ ਕਰਨ ਦੇ ਵਿੱਚ। ਪਰ ਜੇ ਫਾਈਲ ਤੁਹਾਡੀ ਲੰਬੀ ਹੈ, ਯਾਨੀ ਕਿ ਪੂਰੀ ਦੀ ਪੂਰੀ ਕਿਤਾਬ ਹੈ, ਤਾਂ ਇੱਕ ਪੇਜ ਦੇ ਮੁਕਾਬਲੇ ਤੁਹਾਡੇ ਕੋਲ ਸਮਾਂ ਜਿਹੜਾ ਹੈ ਉਹ ਉਹਦੇ ਹਿਸਾਬ ਨਾਲ ਘੱਟ ਲੱਗੂਗਾ, ਕਿਉਂਕਿ ਕੰਟੀਨਿਊਸ ਉਹ ਪ੍ਰੋਸੈਸ ਚੱਲਣਾ ਹੈ। ਸੋ ਇੱਕ ਪੇਜ ਨੂੰ ਕੰਮ ਕਰਨ ਦੇ ਵਿੱਚ ਥੋੜ੍ਹਾ ਜਿਹਾ ਸਮਾਂ ਵੱਧ ਲੱਗ ਸਕਦਾ ਹੈ। ਜਦੋਂ ਤੁਸੀਂ ਕਈ ਕੰਮ ਕਰਨੇ ਹੋਣਗੇ, ਕਈ ਪੇਜਿਸ ਕਰਨੇ ਹੋਣਗੇ, ਤੇ ਇੱਕ ਪੇਜ ਤੋਂ ਬਾਅਦ ਸਮਾਂ ਜਿਹੜਾ ਹੈ ਉਹ ਘਟ ਜਾਂਦਾ ਹੈ। ਸੋ ਕੁਝ ਸਮੇਂ ਤੋਂ ਬਾਅਦ ਤੁਹਾਨੂੰ ਇਹ ਟੈਕਸਟ ਜਿਹੜਾ ਹੈ ਪੂਰਾ ਦਾ ਪੂਰਾ ਟਾਈਪ ਕੀਤਾ ਹੋਇਆ ਮਿਲੇਗਾ। ਇਸ ਤੋਂ ਬਾਅਦ ਇਹ ਦੇਖੋ, ਇਹ ਸਾਡੇ ਕੋਲ ਮੈਟਰ ਸਾਨੂੰ ਇੱਥੇ ਮਿਲ ਗਿਆ। ਇਹਦੀ ਮੈਂ ਇਮੇਜ ਵੀ ਦਿਖਾ ਦਿੰਦਾ, ਜਿਹੜੀ ਮੈਂ ਡੈਸਕਟਾਪ ਦੇ ਉੱਤੇ ਰੱਖੀ ਹੋਈ ਹੈ। ਡੈਸਕਟਾਪ ਦੇ ਉੱਤੇ ਮੇਰਾ ਫੋਲਡਰ ਹੈ 15th ਵਰਕਸ਼ਾਪ। ਇਹ 300 DPI ਵਾਲੀ ਇਮੇਜ ਹੈ। ਡਬਲ ਕਲਿੱਕ ਕਰਕੇ ਤੁਹਾਨੂੰ ਦਿਖਾ ਦਿੱਤੀ ਮੈਂ। ਇਹ ਇਮੇਜ ਇੱਥੋਂ ਸ਼ੁਰੂ ਹੁੰਦੀ, ਉਧਰ ਮੀਰ ਇਹ ਗੱਲ ਕਿਵੇਂ ਬਰਦਾਸ਼ਤ ਕਰ ਸਕਦਾ ਸੀ, ਔਰ ਲਾਸਟ ਦੇ ਉੱਤੇ ਹੈ ਜੀ ਆਵਾਜ਼ ਨੂੰ ਕਦੇ ਬੰਦ ਨਹੀਂ ਹੋਣ। ਸੋ ਇਹ ਦੋ ਕਾਲਮਾਂ ਦੇ ਵਿੱਚ ਮੈਡਮ ਗਗਨ ਨੇ ਆਪਾਂ ਨੂੰ ਮੈਟਰ ਭੇਜਿਆ ਸੀ। ਮੈਂ ਉਹਦਾ ਇੱਕ ਕਾਲਮ ਕੱਟ ਦਿੱਤਾ, ਐਡਿਟ ਕਰਤਾ, ਤੇ ਦੂਜੇ ਕਾਲਮ ਨੂੰ ਕੱਟ ਕੇ ਪਹਿਲੇ ਕਾਲਮ ਦਾ ਆਪਾਂ OCR ਕੀਤਾ। ਸੋ OCR ਲਗਭਗ ਮੈਨੂੰ ਇਹ ਸਹੀ ਲੱਗ ਰਿਹਾ। ਉਧਰ ਮੀਰ ਇਹ ਗੱਲ ਕਿਵੇਂ ਬਰਦਾਸ਼ਤ, ਦੇਖੋ ਕਲਿੱਕ ਕਰਕੇ ਦੇਖੋ, ਸਿਲੈਕਟ ਕਰਕੇ ਦੇਖੋ, ਹਰ ਚੀਜ਼ ਤੁਹਾਡੇ ਕੋਲ ਖੁੱਲ ਰਹੀ ਹੈ। ਇਟ ਮੀਨਸ ਉਸ ਫੋਟੋ ਦਾ, ਉਸ ਇਮੇਜ ਦਾ ਤੁਹਾਨੂੰ ਸੌਫਟ ਕਾਪੀ ਦਾ ਰੂਪ ਮਿਲ ਗਿਆ। ਤੁਹਾਡੀ ਜਿਹੜੀ ਹੈ ਸਹਾਇਤਾ ਇਸ ਅੱਖਰ ਸੌਫਟਵੇਅਰ ਨੇ ਕਰ ਦਿੱਤੀ। ਬਹੁਤ ਸਾਰਾ ਕੰਮ ਤੁਹਾਡਾ ਸੁਖਾਲਾ ਹੋ ਗਿਆ। ਸੋ ਇਹ ਸੀਗਾ ਸਾਡੇ ਕੋਲੇ OCR। ਨੈਕਸਟ ਆਪਸ਼ਨ ਹੈ ਸਾਡੇ ਕੋਲ ਡਿਕਸ਼ਨਰੀ। ਡਿਕਸ਼ਨਰੀ ਦੇ ਉੱਤੇ ਕਲਿੱਕ ਕਰੋਗੇ, ਇੰਗਲਿਸ਼ ਵਾਲੀ ਡਿਕਸ਼ਨਰੀ ਤੁਸੀਂ ਖੋਲ੍ਹਣੀ ਹੈ। ਤੁਸੀਂ ਕੋਈ ਅੰਗਰੇਜ਼ੀ ਦਾ ਸ਼ਬਦ ਪਾਇਆ ਡੂ, ਤਾਂ ਡੂ ਨੂੰ ਐਜ਼ ਐ ਆਕਸਿਲਰੀ ਵਰਬ ਦੇਖਣਾ ਹੈ, ਨਾਊਨ ਦੇਖਣਾ ਹੈ, ਕੀ ਦੇਖਣਾ ਹੈ। ਤੋ ਡੂ ਦੇ ਮੀਨਿੰਗ ਥੱਲੇ ਪੰਜਾਬੀ ਦੇ ਵਿੱਚ ਆਉਣਗੇ। ਔਰ ਤੁਸੀਂ ਜੇ ਪੰਜਾਬੀ ਵਾਲੀ ਡਿਕਸ਼ਨਰੀ ਵਰਤਣੀ ਹੈ ਤਾਂ ਡਿਕਸ਼ਨਰੀ ਦੇ ਵਿੱਚ ਜਾ ਕੇ ਗੁਰਮੁਖੀ ਚੂਜ਼ ਕਰ ਲੈਣਾ ਹੈ। ਇੱਥੇ ਤੁਸੀਂ ਜਦੋਂ ਟਾਈਪ ਕਰਨਾ ਹੈ ਉਹੀ ਕੀਬੋਰਡ ਚੱਲੇਗਾ ਜੋ ਤੁਸੀਂ ਇੱਥੇ ਸਿਲੈਕਟ ਕੀਤਾ ਹੋਇਆ ਹੈ। ਫਿਲਹਾਲ ਇੱਥੇ ਅਨਮੋਲ ਲਿਪੀ ਕੀਤਾ ਹੋਇਆ, ਤਾਂ ਅਨਮੋਲ ਲਿਪੀ ਵਾਲੇ ਤਰੀਕੇ 'ਚ ਪੰਜਾਬੀ ਮੈਂ ਇੱਥੇ ਟਾਈਪ ਕਰਾਂਗਾ। ਜਿਵੇਂ ਮੈਂ ਕਲਮ ਲਿਖਿਆ, ਤੋ ਕਲਮ ਦਾ ਅੰਗਰੇਜ਼ੀ 'ਚ ਮੀਨਿੰਗ ਪੈਨ, ਰੀਡ, ਪੈਨ, ਕਟਿੰਗ, ਇਹ ਸਭ ਕੁਝ ਆ ਗਿਆ। ਹੋਰ ਸੌਖਾ ਤਰੀਕਾ ਹੈ ਕਿ ਤੁਸੀਂ ਜਿਹੜਾ ਵੀ ਕੋਈ ਆਰਟੀਕਲ ਪੜ੍ਹ ਰਹੇ ਹੋ, ਕੋਈ ਰਿਸਰਚ ਪੇਪਰ ਪੜ੍ਹ ਰਹੇ ਹੋ, ਮੰਨ ਲਓ ਇੰਟਰਨੈਟ ਦੇ ਉੱਤੇ ਤੁਸੀਂ ਜਾ ਕੇ ਕੁਝ ਗੂਗਲ ਤੋਂ ਕੋਈ ਚੀਜ਼ਾਂ ਲੱਭੀਆਂ ਨੇ, ਤਾਂ ਗੂਗਲ ਦੇ ਉੱਤੋਂ ਜੋ ਵੀ ਮੈਟਰ ਤੁਸੀਂ ਲਿਆ ਉਸ ਮੈਟਰ ਨੂੰ ਕਾਪੀ ਪੇਸਟ ਕਰਕੇ ਅੱਖਰ ਦੇ ਵਿੱਚ ਰੱਖ ਲਓ। ਜਾਂ PDF ਫਾਈਲ ਵੀ ਤੁਸੀਂ ਕੋਈ ਲੈਣੀ ਹੈ, ਇੱਥੇ ਕੰਪਿਊਟਰ ਦੇ ਨਾਲ ਲਿਖਿਆ ਫਾਈਲ TYPE PDF, ਤਾਂ ਮੈਨੂੰ ਹੁਣ PDF ਫਾਈਲ ਹੀ ਮਿਲੇਗੀ ਕੰਪਿਊਟਰ ਬਾਰੇ। ਸੋ ਇੱਥੇ ਥੱਲੇ ਤੁਸੀਂ ਦੇਖੋਗੇ PDF ਫਾਈਲ ਇੰਟਰੋਡਕਸ਼ਨ ਟੂ ਕੰਪਿਊਟਰ ਮੈਨੂੰ ਮਿਲ ਗਈ। ਕਲਿੱਕ ਕੀਤਾ,
डाउनलोड हो जाएगी ये फाइल। ये देखो डाउनलोड हो रही है। डाउनलोड वाले फोल्डर ਦੇ ਵਿੱਚ ਮੈਂ ਚਲ ਗਿਆ। ਇੱਥੇ ਮੇਰੇ ਕੋਲ ਫਾਈਲ ਮਿਲ ਗਈ ਇੰਟਰੋਡਕਸ਼ਨ ਟੂ ਕੰਪਿਊਟਰ। ਅੱਖਰ ਦੇ ਵਿੱਚ ਸੇਮ ਫਾਈਲ ਤੁਸੀਂ PDF ਵਾਲੀ ਖੋਲ ਸਕਦੇ ਹੋ। ਫਾਈਲ ਓਪਨ ਕੀਤੀ ਅੱਖਰ ਦੇ ਵਿੱਚ, ਕਿੱਥੇ ਪਈ ਹੈ ਫਾਈਲ ਸਾਡੀ, ਇਹਨੂੰ ਪਹਿਲਾਂ ਨੋ ਕਰ ਲੈਣਾ। ਉਹ ਕਹਿੰਦਾ ਕਿ ਜਿਹੜੀ ਕਰੰਟ ਫਾਈਲ ਜਿਹੜੀ ਤੁਸੀਂ OCR ਵਾਲੀ ਉਹਨੂੰ ਸੇਵ ਕਰਨਾ ਚਾਹੁੰਦੇ ਹੋ ਕਿ ਨਹੀਂ, ਤਾਂ ਮੈਂ ਕਿਹਾ ਨੋ। ਹੁਣ ਉਸਨੇ ਇੱਕ ਜਿਹੜਾ ਹੈ ਡਾਇਲੋਗ ਬਾਕਸ ਖੋਲ੍ਹ ਲਿਆ, ਡਾਊਨਲੋਡ ਦੇ ਵਿੱਚ ਗਿਆ। ਇੱਥੇ ਮੈਂ ਹੁਣੇ ਜਿਹੜੀ ਫਾਈਲ PDF ਵਾਲੀ ਡਾਊਨਲੋਡ ਕੀਤੀ ਹੈ ਉਸਨੂੰ ਇੱਥੋਂ ਲੱਭਾਂਗਾ ਮੈਂ। ਇੰਟਰੋਡਕਸ਼ਨ ਟੂ ਸੀਗਾ ਕੁਛ, ਹਾਂ ਇੱਥੇ ਤੁਸੀਂ ਫਾਈਲ ਦੀ ਟਾਈਪਸ ਵੀ ਚੇਂਜ ਕਰ ਲੈਣੀ ਹੈ। MS ਵਰਡ ਦੀਆਂ ਆ ਰਹੀਆਂ ਨੇ, ਇੱਥੇ ਕਰ ਲੈਣਾ ਤੁਸੀਂ PDF ਫਾਈਲਸ। ਤਾਂ ਹੁਣ PDF ਫਾਈਲਾਂ ਸਾਰੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਨੇ। ਇਹ ਥੋੜ੍ਹਾ ਜਿਹਾ ਟ੍ਰਿਕ ਯਾਦ ਰੱਖਣਾ ਹੈ। ਅੱਖਰ ਦੇ ਵਿੱਚ ਜਦੋਂ PDF ਫਾਈਲ ਖੋਲ੍ਹ ਰਹੇ ਹੋ ਤਾਂ ਸੱਜੇ ਹੱਥੋਂ PDF ਫਾਈਲਸ ਵਾਲੀ ਆਪਸ਼ਨ ਪਹਿਲਾਂ ਕਰ ਲੈਣੀ ਹੈ ਤੁਸੀਂ ਆਪਣੇ ਹੱਥ ਵਿੱਚ, ਫਿਰ PDF ਨਜ਼ਰ ਆਉਣਗੀਆਂ। ਆਹ ਫਾਈਲ ਪਈ ਇੰਟਰੋਡਕਸ਼ਨ ਟੂ ਕੰਪਿਊਟਰ, ਤੋਂ PDF ਫਾਈਲ ਸਾਡੇ ਕੋਲ ਇੱਥੇ ਖੁੱਲ੍ਹ ਗਈ ਹੈ। ਤੁਸੀਂ ਦੇਖਿਆ ਕਿ ਪੂਰੀ PDF ਅੱਖਰ ਦੇ ਵਿੱਚ ਖੁੱਲ੍ਹ ਗਈ। ਹੁਣ ਤੁਹਾਡੇ ਲਈ ਜੇ ਅੰਗਰੇਜ਼ੀ ਔਖੀ ਹੈ, ਮੇਰੇ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਤੁਹਾਡਾ ਹੱਥ ਤੰਗ ਹੈ, ਤਾਂ ਤੁਸੀਂ ਉਸ ਫਾਈਲ ਨੂੰ ਅੰਗਰੇਜ਼ੀ ਦੇ ਵਿੱਚ ਖੋਲ੍ਹ ਕੇ ਪੜ੍ਹਦੇ ਗਏ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕੋਈ ਸ਼ਬਦ ਜਿਹੜਾ ਹੈ ਉਹਦੇ ਅਰਥ ਪਤਾ ਨਹੀਂ ਲੱਗ ਰਿਹਾ। ਜਿਵੇਂ ਸਾਡੇ ਕੋਲ ਕੰਪੋਨੈਂਟਸ ਹੈ ਅਤੇ ਮੈਂ ਇੱਥੇ ਡਬਲ ਕਲਿੱਕ ਕਰ ਦਿਆਂਗਾ। ਡਬਲ ਕਲਿੱਕ ਕਰਨ ਦੇ ਨਾਲ ਤੁਹਾਡੇ ਕੋਲ ਇਹ ਖੁੱਲ੍ਹੇਗਾ ਜਿਹੜਾ ਡੱਬਾ, ਇਹਨੂੰ ਕਹਿੰਦੇ ਆ ਟੂਲ ਟਿਪ। ਵੱਡਾ ਕਰਕੇ ਦਿਖਾ ਦਿੰਦਾ। ਤਾਂ ਕੰਪੋਨੈਂਟ ਦੇ ਉੱਤੇ ਡਬਲ ਕਲਿੱਕ ਕੀਤਾ, ਟੂਲ ਟਿਪ ਖੁੱਲ੍ਹ ਗਿਆ। ਯਾਨੀ ਕਿ ਅੰਗਰੇਜ਼ੀ ਦੇ ਸ਼ਬਦ 'ਤੇ ਡਬਲ ਕਲਿੱਕ ਕਰੋਗੇ ਤਾਂ ਪੰਜਾਬੀ ਦੇ ਵਿੱਚ ਮੀਨਿੰਗ ਇਹਦੇ ਖੁੱਲ੍ਹ ਗਏ। ਕੰਪੋਨੈਂਟ ਅੰਗਭੂਤ, ਆਂਗਿਕ, ਜੁਜ਼ਵੀ, ਸੰਘਟਕ, ਅੰਗ, ਹਿੱਸਾ, ਭਾਗ। ਇਸੇ ਤਰ੍ਹਾਂ ਆਪਾਂ ਕੀਤਾ ਮੈਮਰੀ 'ਤੇ ਡਬਲ ਕਲਿੱਕ, ਚੇਤਾ, ਯਾਦ, ਯਾਦਾਸ਼ਤ, ਸਿਮਰਤੀ। ਸੋ ਇਸ ਤਰ੍ਹਾਂ ਤੁਹਾਡੇ ਕੋਲ ਜੇ ਇੱਥੇ ਕਿਤੇ ਪੰਜਾਬੀ ਦਾ ਵੀ ਕੋਈ ਸ਼ਬਦ ਹੈ ਤਾਂ ਉਹ ਸ਼ਬਦ ਵੀ ਇੱਥੇ ਤੁਹਾਡਾ ਅੰਗਰੇਜ਼ੀ ਦੇ ਵਿੱਚ ਮੀਨਿੰਗ ਦੇਵੇਗਾ। ਜਿਵੇਂ ਮੈਂ ਇੱਥੇ ਲਿਖਿਆ ਦੇਸ਼, ਰਾਜ, ਕਲਮ। ਸੋ ਜੇ ਮੈਂ ਰਾਜ ਦੇ ਉੱਤੇ ਡਬਲ ਕਲਿੱਕ ਕਰਾਂਗਾ ਤਾਂ ਅੰਗਰੇਜ਼ੀ ਦੇ ਵਿੱਚ ਮੀਨਿੰਗ ਖੁੱਲ੍ਹ ਗਿਆ। ਦੇਖੋ ਰੂਲ, ਰੀਜ਼ਨ। ਕਲਮ ਦੇ ਉੱਤੇ ਡਬਲ ਕਲਿੱਕ ਕੀਤਾ, ਪੈਨ, ਰੀਡ, ਪੈਨ। ਸੋ ਤੁਸੀਂ ਸਮਝ ਗਏ ਹੋ ਕਿ ਡਿਕਸ਼ਨਰੀ ਬਹੁਤ ਵਧੀਆ ਆਪਸ਼ਨ ਹੈ ਅੱਖਰ ਦੇ ਵਿੱਚ, ਪਰ ਇਹਦੇ ਨਾਲ ਜਿਹੜੇ ਟੂ ਕਲਿੱਕ ਜਿਹੜੀ ਆਪਸ਼ਨ ਹੈ ਡਬਲ ਕਲਿੱਕ ਵਾਲੀ, ਉਹ ਹੋਰ ਵੀ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਡਬਲ ਕਲਿੱਕ ਕਰਨ ਦੇ ਨਾਲ ਥੱਲੇ ਉਹਦੇ ਮੀਨਿੰਗ ਖੁੱਲ੍ਹ ਜਾਂਦੇ ਨੇ, ਜਿਹਨੂੰ ਅਸੀਂ ਟੂਲ ਟਿਪ ਕਹਿੰਦੇ ਹਾਂ। ਸੋ ਡਿਕਸ਼ਨਰੀ ਦੇ ਨਾਲ ਇਸ ਦਾ ਵੀ ਰੱਖਣਾ ਹੈ ਧਿਆਨ। ਅੱਗੇ ਸਾਡੇ ਕੋਲ ਇੰਗਲਿਸ਼ ਟੈਕਸਟ ਟੂ ਸਪੀਚ, ਯਾਨੀ ਕਿ ਅੰਗਰੇਜ਼ੀ ਦੇ ਟੈਕਸਟ ਨੂੰ ਤੁਸੀਂ ਬੋਲ ਕੇ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਕਰਸਰ ਨੂੰ ਰੱਖੋ ਜਿੱਥੋਂ ਸ਼ੁਰੂ ਕਰਨਾ ਅਤੇ ਇੰਗਲਿਸ਼ ਟੈਕਸਟ ਟੂ ਸਪੀਚ ਦੇ ਉੱਤੇ ਕਲਿੱਕ ਕਰ ਦਿਓ। ਵੇਟ ਕਰੋ ਤਾਂ ਤੁਹਾਡੇ ਕੋਲ ਇਹ ਮੈਟਰ ਜਿਹੜਾ ਹੈ ਬੋਲ ਕੇ ਸਿਸਟਮ ਆਪਣੇ ਆਪ ਸੁਣਾਊਗਾ। ਮੈਨੂੰ ਲੱਗਦਾ ਫਾਈਲ ਲੰਬੀ ਹੈ, ਉਹਦੇ 'ਚ ਫੀਡ ਹੋ ਰਹੀ। ਮੈਂ ਇੱਥੋਂ ਕੁਛ ਲਾਈਨ ਲੈ ਲੈਂਦਾ, 1-2 ਲਾਈਨਾਂ ਲੈ ਲੈਂਦਾ। ਇਹਨੂੰ ਮੈਂ ਦੁਬਾਰਾ ਨਿਊ ਫਾਈਲ 'ਤੇ ਚਲਾ ਜਾਂਦਾ, ਨੋ ਕਰ ਲੈਂਦਾ, ਪੇਸਟ ਕਰ ਲੈਂਦਾ। ਹੁਣ ਮੈਂ ਇੰਗਲਿਸ਼ ਟੈਕਸਟ ਟੂ ਸਪੀਚ ਦੇ ਉੱਤੇ ਕਲਿੱਕ ਕੀਤਾ। A computer is an electronic device, operating under the control of instructions stored in its own memory that can accept data, input, process the data according to specified rules, produce information, output, and store the information for future use. 1 ਜੀ ਤੁਸੀਂ ਸੁਣ ਲਿਆ ਹੋਣਾ। ਬੇਸ਼ੱਕ ਇਹ ਅਜੇ ਉਨੀ ਲਾਹੇਵੰਦ ਆਪਸ਼ਨ ਨਹੀਂ ਹੈ, ਕਿਉਂਕਿ ਪੰਜਾਬੀ ਦੇ ਲਈ ਸੌਫਟਵੇਅਰ ਅਜੇ ਸਾਡਾ ਬਣ ਰਿਹਾ ਹੈ। ਫਿਰ ਵੀ ਕਿਤੇ ਤੁਹਾਨੂੰ ਲੋੜ ਪੈਂਦੀ ਹੈ ਅੰਗਰੇਜ਼ੀ ਦੇ ਵਿੱਚ ਸੁਣਨ ਦੀ, ਤਾਂ ਉਹ ਅੱਖਰ ਦੇ ਰਾਹੀਂ ਤੁਸੀਂ ਇਹ ਕੰਮ ਕਰ ਸਕਦੇ ਹੋ। ਲਾਸਟ ਦੇ ਵਿੱਚ ਅਸੀਂ ਕਰਦੇ ਹਾਂ ਕਿ ਫੌਂਟ ਕਨਵਰਟਰ ਵਾਲਾ ਅਸੀਂ ਕੰਮ ਕਰ ਲਿਆ ਸੀਗਾ, ਪਰ ਜਦੋਂ ਅਸੀਂ ਯੂਨੀਕੋਡ ਦੇ ਵਿੱਚ ਕੋਈ ਫਾਈਲ ਬਣਾ ਲਈ, ਕਿਸੇ ਅਖਬਾਰ ਨੂੰ ਅਸੀਂ ਭੇਜਣਾ ਮੈਟਰ, ਅਤੇ ਅਖਬਾਰ ਵਾਲਾ ਸਾਡੇ ਕੋਲੋਂ ਪੁਰਾਣੇ ਫੌਂਟ ਦੇ ਵਿੱਚ ਮੰਗ ਰਿਹਾ, ਯਾਨੀ ਕਿ ਸਤਲੁਜ ਮੰਗ ਰਿਹਾ ਜਾਂ ਆਸੀਸ ਵਿੱਚ ਮੰਗ ਰਿਹਾ, ਤਾਂ ਉਸ ਸਥਿਤੀ ਦੇ ਵਿੱਚ ਅਸੀਂ ਕੀ ਕਰੀਏ। ਲਓ ਇੱਥੇ ਮੈਂ ਮੈਟਰ ਜਿਹੜਾ ਹੈ ਯੂਨੀਕੋਡ ਵਾਲਾ ਚੱਕ ਲੈਣਾ। ਇੱਥੇ ਮੇਰੇ ਕੋਲ ਪਿਆ ਸੀਗਾ ਚੈਟ ਬਾਕਸ ਦੇ ਵਿੱਚ, ਇੱਥੋਂ ਮੈਂ ਕਾਪੀ ਕੀਤਾ, ਅੱਖਰ ਦੇ ਵਿੱਚ ਇਸ ਨੂੰ ਮੈਂ ਪੇਸਟ ਕਰ ਲਿਆ। ਮੈਂ ਚਾਹੁੰਦਾ ਕਿ ਇਹ ਜਿਹੜਾ ਮੈਟਰ ਹੈ ਇਹ ਮੈਨੂੰ ਸਤਲੁਜ ਫੌਂਟ ਵਿੱਚ ਮਿਲ ਜਾਵੇ, ਕਿਉਂਕਿ ਮੈਂ ਅਖਬਾਰ ਨੂੰ ਭੇਜਣਾ ਹੈ ਜਾਂ ਕੋਈ ਕਿਤਾਬ ਛਪਾਉਣੀ ਹੈ। ਹਾਲਾਂਕਿ ਇਹ ਪਬਲਿਸ਼ਰਸ ਨੇ ਵਹਿਮ
ਪਾਲਿਆ ਹੋਇਆ ਹੈ ਕਿ ਯੂਨੀਕੋਡ ਦੇ ਵਿੱਚ ਅਖਬਾਰਾਂ ਨਹੀਂ ਛਪ ਸਕਦੀਆਂ ਜਾਂ ਕਿਤਾਬਾਂ ਨਹੀਂ ਛਪ ਸਕਦੀਆਂ। ਮੇਰੀਆਂ ਕਿਤਾਬਾਂ ਪਿਛਲੇ 5-6 ਸਾਲ ਤੋਂ ਜਿੰਨੀਆਂ ਕਿਤਾਬਾਂ ਮੈਂ ਛਾਪੀਆਂ ਨੇ ਸਾਰੀਆਂ ਯੂਨੀਕੋਡ ਵਿੱਚ ਛਾਪ ਰਹੀਆਂ ਨੇ। ਤਾਂ ਯੂਨੀਕੋਡ ਦਾ ਮਤਲਬ ਇਕੱਲਾ ਰਾਵੀ ਨਹੀਂ ਹੈ, ਹੋਰ ਖੂਬਸੂਰਤ ਫੌਂਟਾਂ ਦੇ ਵਿੱਚ ਕਿਤਾਬਾਂ ਛਾਪੀਆਂ ਨੇ। ਤੁਸੀਂ ਉਹ ਦੇਖੋਗੇ ਤੇ ਹੈਰਾਨ ਹੋ ਜਾਓਗੇ ਕਿ ਇੰਨੇ ਖੂਬਸੂਰਤ ਫੌਂਟ ਜਿਹੜੇ ਨੇ ਉਹ ਯੂਨੀਕੋਡ ਦੇ ਵਿੱਚ ਹੀ ਅਵੇਲੇਬਲ ਨੇ। ਪਰ ਫਿਰ ਵੀ ਜੇ ਕਿਤੇ ਮਜਬੂਰੀ ਹੈ ਤਾਂ ਤੁਸੀਂ ਇਹਨੂੰ ਵਾਪਸ ਪੁਰਾਣੇ ਫੌਂਟਾਂ ਦੇ ਵਿੱਚ ਵੀ ਲਿਜਾ ਸਕਦੇ ਹੋ। ਉਹਦੇ ਲਈ ਤੁਹਾਨੂੰ ਲੈਂਗੁਏਜ ਟੂਲ ਦੇ ਉੱਤੇ ਜਾਣ ਦੀ ਲੋੜ ਨਹੀਂ ਹੈ। ਤੁਸੀਂ ਜਾਓਗੇ ਫਾਈਲ ਮੈਨੂ ਦੇ ਵਿੱਚ, ਫਾਈਲ ਮੈਨੂ, ਇਹ ਖੱਬੇ ਹੱਥ ਫਾਈਲ ਦੇ ਉੱਤੇ ਕਲਿੱਕ ਕੀਤਾ, ਫਿਰ ਅਸੀਂ ਕਮਾਂਡ ਲਈ ਐਕਸਪੋਰਟ ਦੇ ਉੱਤੇ ਗਏ ਔਰ ਫਿਰ ਅਸੀਂ ਜਿਹੜੇ ਫੌਂਟ ਦੇ ਵਿੱਚ ਕਨਵਰਟ ਕਰਨਾ ਹੈ ਗੁਰਮੁਖੀ ਦਾ ਉਹ ਫੌਂਟ ਅਸੀਂ ਚੂਜ਼ ਕਰ ਲਾਂਗੇ। ਜੇ ਤੁਸੀਂ ਸਤਲੁਜ ਕਨਵਰਟ ਕਰਨਾ ਹੈ ਤੇ ਸਤਲੁਜ ਚੂਜ਼ ਕਰ ਲਿਆ। ਹਿੰਦੀ ਦਾ ਕੋਈ ਫੌਂਟ ਬਦਲਣ ਵਾਲਾ ਮਸਲਾ ਹੈ ਤੇ ਹਿੰਦੀ ਦਾ ਫੌਂਟ ਵੀ ਚੂਜ਼ ਕਰ ਸਕਦੇ ਹੋ। ਫਿਲਹਾਲ ਮੇਰੇ ਇਸ ਟੈਕਸਟ ਦੇ ਵਿੱਚ ਹਿੰਦੀ ਨਹੀਂ ਹੈ ਤਾਂ ਇਹਨੂੰ ਅਸੀਂ ਛੱਡ ਦਿੰਦੇ ਹਾਂ। ਓਕੇ ਕੀਤਾ ਤਾਂ ਕੀ ਬਣੇਗਾ, ਇੱਕ ਬਾਹਰ ਇੱਕ ਨਵੀਂ ਫਾਈਲ ਬਣ ਜਾਏਗੀ, ਐਕਸਟਰਨਲ ਫਾਈਲ ਬਣੇਗੀ, ਇਹਦੇ ਵਿੱਚ ਹੀ ਚੇਂਜਸ ਨਹੀਂ ਹੋਣਗੀਆਂ। ਓਕੇ ਕਰਾਂਗੇ, ਸਾਡੇ ਕੋਲ ਫਾਈਲ ਦਾ ਨਾਮ ਪੁੱਛੇਗਾ। ਅਸੀਂ ਇੱਥੇ ਲਿਖ ਦਿੱਤਾ ਜੀ ਸਤਲੁਜ। ਸਤਲੁਜ ਦੇ ਵਿੱਚ ਅਸੀਂ ਫਾਈਲ ਬਣਾਉਣੀ ਤਾਂ ਸਤਲੁਜ ਲਿਖ ਦਿੱਤਾ, ਸਤਲੁਜ 1। ਕਿੱਥੇ ਸੇਵ ਕਰਨਾ ਚਾਹੁੰਦੇ ਹੋ ਫਾਈਲ, ਮੈਂ ਲਿਖ ਦਿੰਦਾ ਕਿ ਡੈਸਕਟਾਪ ਦੇ ਉੱਤੇ। ਮੈਂ ਇੱਥੇ ਚੂਜ਼ ਕਰ ਲਈ ਲੋਕੇਸ਼ਨ ਡੈਸਕਟਾਪ। ਸੋ ਓਕੇ ਕਰਾਂਗੇ ਜਾਂ ਸੇਵ ਕਰਾਂਗੇ ਤਾਂ ਸਤਲੁਜ 1 ਨਾਂ ਦੀ ਫਾਈਲ ਸਾਡੇ ਡੈਸਕਟਾਪ ਤੇ ਬਣ ਜਾਏਗੀ। ਇਹ ਦੇਖੋ ਐਕਸਪੋਰਟ ਕੰਪਲੀਟ। ਹੁਣ ਤੁਸੀਂ ਡੈਸਕਟਾਪ ਜਦੋਂ ਵੇਖੋਗੇ ਤਾਂ ਡੈਸਕਟਾਪ ਦੇ ਉੱਤੇ ਸਤਲੁਜ ਨਾਂ ਦੀ ਫਾਈਲ ਤੁਹਾਨੂੰ ਨਜ਼ਰ ਆਏਗੀ। ਡਬਲ ਕਲਿੱਕ ਕਰੋਗੇ ਤੇ ਸਤਲੁਜ ਫੌਂਟ ਦੇ ਵਿੱਚ ਹੀ ਇਹ ਖੁੱਲੀ ਹੋਈ ਤੁਹਾਨੂੰ ਇਹ ਨਜ਼ਰ ਆਏਗੀ, ਪਰ ਸ਼ਰਤ ਹੈ ਕਿ ਸਤਲੁਜ ਫੌਂਟ ਤੁਹਾਡੇ ਕੰਪਿਊਟਰ 'ਚ ਇੰਸਟਾਲ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਆਪਾਂ ਦੇਖਿਆ ਕਿ ਅੱਖਰ ਦੇ ਵਿੱਚ ਟਾਈਪਿੰਗ ਤੋਂ ਲੈ ਕੇ ਫੌਂਟ ਕਨਵਰਟ, ਸਪੈਲ ਚੈਕਰ, ਗ੍ਰਾਮਰ ਚੈਕਰ ਤੋਂ ਲੈ ਕੇ ਤੁਸੀਂ ਇਹਦੇ ਵਿੱਚ ਇੱਕ ਲਿਪੀ ਨੂੰ ਦੂਜੀ ਲਿਪੀ ਵਿੱਚ ਬਦਲ ਸਕਦੇ ਹੋ, ਭਾਸ਼ਾ ਨੂੰ ਅਨੁਵਾਦ ਕਰ ਸਕਦੇ ਹੋ, ਅੰਕਾਂ ਨੂੰ ਸ਼ਬਦਾਂ ਦੇ ਵਿੱਚ ਬਦਲ ਸਕਦੇ ਹੋ ਤੇ OCR ਦੇ ਰਾਹੀਂ ਯਾਨੀ ਕਿ ਆਪਟੀਕਲ ਕਰੈਕਟਰ ਰੈਕੋਗਨੀਸ਼ਨ ਦੇ ਰਾਹੀਂ ਤੁਸੀਂ ਖਿੱਚੀ ਹੋਈ ਫੋਟੋ ਨੂੰ ਟਾਈਪ ਰੂਪ ਦੇ ਵਿੱਚ ਬਦਲ ਸਕਦੇ ਹੋ। ਡਿਕਸ਼ਨਰੀ ਦਾ ਇਸਤੇਮਾਲ ਕਰਨਾ ਅਸੀਂ ਸਿੱਖਿਆ। ਡਬਲ ਕਲਿੱਕ ਆਪਸ਼ਨ ਹੈ ਉਹਨੂੰ ਵਰਤਣਾ ਅਸੀਂ ਸਿੱਖਿਆ ਔਰ ਟੈਕਸਟ ਨੂੰ ਸਪੀਚ ਵਿੱਚ ਬਦਲਣਾ ਵੀ ਸਿੱਖਿਆ। ਜਿਹੜੇ ਐਡਵਾਂਸ ਯੂਜ਼ਰ ਨੇ ਉਹ ਲੈਂਗੁਏਜ ਸੈਟਿੰਗ ਦੇ ਵਿੱਚ ਜਾ ਕੇ ਐਡਵਾਂਸ ਸੈਟਿੰਗਸ ਨੂੰ ਵੀ ਸਮਝ ਸਕਦੇ ਨੇ, ਪਰ ਇੱਕ ਆਮ ਯੂਜ਼ਰ ਨੂੰ ਲੈਂਗੁਏਜ ਸੈਟਿੰਗ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ।